So next is infertility. Infertility means that couple that cannot give birth to young ones, ਜਿਹੜੇ ਬੱਚਿਆਂ ਨੂੰ birth ਨਹੀਂ ਦੇ ਸਕਦੇ. A discussion on reproductive health is incomplete without a mention of infertility. Large number of couples are over the world, including India, are infertile. Means they are not able to produce children in spite of unprotected sexual cohabitations. ठीक है. The reason for this could be many. ਹੁਣ ਉਹ ਇੱਕ ਕਪਲਸ ਜਿਹੜਾ ਡੂ ਨੋਟ ਪ੍ਰੋਡਿਊਸ ਚਿਲਡਰਨ, ਜਿਹੜੇ ਬੱਚਿਆਂ ਨੂੰ ਬਰਥ ਨਹੀਂ ਦੇ ਸਕਦੇ, ਉਹਦੇ ਕਈ ਰੀਜ਼ਨ ਹੋ ਸਕਦੇ ਨੇ. ਫਿਜ਼ੀਕਲ ਰੀਜ਼ਨ ਵੀ ਆ, ਕੋਈ ਕੰਜੈਂਟੀਅਲ ਵੀ ਆ, ਕੋਈ ਡਿਜ਼ੀਜ਼ ਵਾਲਾ ਵੀ ਆ, ਕੋਈ ਡਰੱਗਸ ਵੀ ਆ, ਕੋਈ ਇਮਿਊਨੋਲੋਜੀਕਲ ਆ, ਔਰ ਈਵਨ ਫਿਜ਼ੀਓਲੋਜੀਕਲ. In India, often the female is blamed for the couple being childless. ਇੰਡੀਆ ਦੇ ਵਿੱਚ ਕਹਿੰਦਾ ਜ਼ਿਆਦਾਤਰ ਅਸੀਂ ਔਰਤਾਂ ਨੂੰ ਬਲੇਮ ਕਰਦੇ ਹਾਂ ਜੇ ਬੱਚੇ ਨਹੀਂ ਹੁੰਦੇ, ਬਟ ਮੋਰ ਆਫਨ ਦੈਟ ਨਾਟ ਦ ਪ੍ਰੋਬਲਮ ਲਾਈਜ਼ ਐਟ ਦ ਮੇਲ ਪਾਰਟਨਰ. ਮੇਲ ਪਾਰਟਨਰ ਦੇ ਵਿੱਚ ਵੀ ਇਹ ਪ੍ਰੋਬਲਮ ਹੋ ਸਕਦੀ ਹੈ. ਸਪੈਸ਼ਲਾਈਜ਼ਡ ਹੈਲਥ ਕੇਅਰ ਯੂਨਿਟਸ, ਇਨਫਰਟੈਲਿਟੀ ਕਲੀਨਿਕ ਬਣਾਏ ਗਏ ਨੇ ਦੈਟ ਕੁਡ ਹੈਲਪ ਇਨ ਡਾਇਗਨੋਸ ਕਰ ਸਕਣ ਉਹਨਾਂ ਦੀ ਡਿਜ਼ੀਜ਼ ਨੂੰ, ਉਹਨਾਂ ਦਾ ਟਰੀਟਮੈਂਟ ਕਰ ਸਕਣ ਸਮ ਆਫ ਥੀਜ਼ ਡਿਸਆਰਡਰਸ ਐਂਡ ਅਨੇਬਲ ਥੀਜ਼ ਕਪਲਸ ਟੂ ਹੈਵ ਚਿਲਡਰਨ, ਤਾਂ ਕਿ ਉਹਨਾਂ ਦੇ ਵੀ ਬੱਚੇ ਹੋ ਜਾਣ. However, where such corrections are not possible, ਜਿੱਥੇ ਇਸ ਤਰ੍ਹਾਂ ਦੀਆਂ corrections possible ਨਹੀਂ, couples could be assisted to have children through certain special techniques commonly known as assisted reproductive technology. ਜਿੱਥੇ ਕੋਈ ਉਹਨਾਂ ਦੀ correction possible ਨਹੀਂ, ਇਲਾਜ ਪ੍ਰੋਪਰ ਉਹਨਾਂ ਦਾ ਹੋ ਵੀ ਗਿਆ ਤਾਂ ਵੀ ਉਹ they cannot give birth to a fertile baby, then the couples ਉਹਨਾਂ ਦੀ ਅਸਿਸਟ ਕੀਤਾ ਜਾਂਦਾ ਉਹਨਾਂ ਨੂੰ ਕਿ ਤੁਸੀਂ ਕੁਝ ਸਪੈਸ਼ਲ ਟੈਕਨੀਕਸ ਨੇ ਜਿਨ੍ਹਾਂ ਨਾਲ ਸਾਡੇ ਬੇਬੀ ਹੋ ਸਕਦਾ, ਤੁਸੀਂ ਉਹ ਕਰੋ. ਦੈਟ ਆਰ ਅਸਿਸਟਡ ਰੀਪਰੋਡਕਟਿਵ ਟੈਕਨੀਕਸ. ਆਰਟ ਬੋਲਦੇ ਨੂੰ ਅਸਿਸਟਡ ਰੀਪਰੋਡਕਟਿਵ ਟੈਕਨੀਕਸ. ਹੁਣ ਇਹ ਕਿਹੜੀਆਂ ਟੈਕਨੀਕਸ ਨੇ? ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਟੋਪਿਕ. ਇਸ ਚੈਪਟਰ ਦੇ ਵਿੱਚ ਜਿੱਥੇ ਜਿੱਥੇ ਇੰਪੋਰਟੈਂਟ ਟੋਪਿਕ ਆ ਦੱਸੀ ਜਾਂਦੀ ਹਾਂ ਮੈਂ, ਪਹਿਲਾਂ ਸਟਾਰਟਿੰਗ 'ਚ ਨਹੀਂ, ਉਸ ਤੋਂ ਬਾਅਦ ਵਾਲਾ ਤੁਹਾਡਾ ਸਾਰਾ ਹੀ MTPs ਕੀ ਨੇ, ਸੈਕਸ਼ੂਅਲੀ ਟਰਾਂਸਮਿਟਡ ਕਿਹੜੀਆਂ ਡਿਜ਼ੀਜ਼ ਨੇ, ਐਂਡ ਦਿਸ ਵਨ, ਇਹ ਸਾਰਾ ਇੰਪੋਰਟੈਂਟ ਟੋਪਿਕ ਆ. ਸੋ ਨੰਬਰ 1 ਆ ਗਈਆਂ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਦੀ. ਨੰਬਰ 1 ਤੇ ਆ ਗਈ ਇਨ ਵਿਟਰੋ ਫਰਟੀਲਾਈਜੇਸ਼ਨ, ਜਿਹਨੂੰ ਅਸੀਂ IVF ਕਹਿੰਦੇ ਹਾਂ. ਮੇਨ ਤੁਸੀਂ IVF ਸੈਂਟਰ ਹੀ ਸੁਣੇ ਨੇ. ਫਰਟੀਲਾਈਜੇਸ਼ਨ ਆਊਟਸਾਈਡ ਦਾ ਬੋਡੀ ਇਨ ਆਲਮੋਸਟ ਸਿਮਿਲਰ ਕੰਡੀਸ਼ਨ ਐਜ਼ ਦੈਟ ਇਨ ਦਾ ਬੋਡੀ. IVF ਦੇ ਵਿੱਚ ਕੀ ਆ ਕਿ ਫਰਟੀਲਾਈਜੇਸ਼ਨ ਮਤਲਬ ਸਪਰਮ ਅਤੇ ਐਗ ਦੀ ਜਿਹੜੀ ਕਿ ਆ ਬਾਹਰ ਹੁੰਦੀ ਆ, ਸਪਰਮ ਅਤੇ ਐਗ ਨੂੰ ਬਾਹਰ ਮੀਟ ਕਰਾਉਂਦੇ ਨੇ, ਉਹਨੂੰ ਅਸੀਂ ਫਰਟੀਲਾਈਜੇਸ਼ਨ ਇਹੀ ਆ ਵੈਨ ਦਾ ਸਪਰਮ ਮੀਟਸ ਵਿਦ ਦਾ ਐਗ, ਬਟ ਦੈਟ ਇਜ਼ ਨਾਟ ਇਨਸਾਈਡ ਦਾ ਬੋਡੀ. ਉਸੇ ਤਰ੍ਹਾਂ ਦੀਆਂ ਕੰਡੀਸ਼ਨਸ ਪੈਦਾ ਕਰਦੇ ਨੇ ਬੋਡੀ ਦੇ ਅੰਦਰ ਵਾਲੀਆਂ ਅਤੇ ਉਹਨਾਂ ਨੂੰ ਬਾਹਰ ਮੀਟ ਕਰਾਉਂਦੇ ਨੇ. ਫਰਟੀਲਾਈਜੇਸ਼ਨ ਬੋਡੀ ਦੇ ਬਾਹਰ ਕਰਾਉਂਦੇ ਨੇ, ਉਹਨਾਂ ਨੂੰ ਅਸੀਂ IVF ਕਹਿੰਦੇ ਹਾਂ. ਆਈ ਦਾ ਮਤਲਬ ਇਨ ਵਿਟਰੋ ਫਰਟੀਲਾਈਜੇਸ਼ਨ. ਦੈਟ ਇਜ਼ ਫੋਲੋਡ ਬਾਈ ਐਮਬਰੀਓ ਟਰਾਂਸਫਰ. ਹੁਣ ਜਦੋਂ ਫਰਟੀਲਾਈਜੇਸ਼ਨ ਬਾਹਰ ਹੋ ਗਈ, ਉਹ 2-3 ਸੈੱਲ 4-5 8 ਐਮਬਰੀਓ ਬਣ ਗਿਆ. ਹੁਣ ਉਹ ਐਮਬਰੀਓ ਨੂੰ ਟਰਾਂਸਫਰ ਕਰਦੇ ਆ ਇਸ ਵਿੱਚ ਸਰਚ ਆਫ ਵਨ ਮੈਥਡ. ਐਮਬਰੀਓ ਨੂੰ ਕਿਹਦੇ 'ਚ ਟਰਾਂਸਫਰ ਕਰ ਦੇਣਗੇ? ਐਮਬਰੀਓ ਨੂੰ ਮਦਰ ਦੇ ਯੂਟਰਸ 'ਚ ਟਰਾਂਸਫਰ ਕਰ ਦੇਣਗੇ. ਇਨ ਦਿਸ ਮੈਥਡ ਪੋਪੂਲਰਲੀ ਨੋਨ ਐਜ਼ ਟੈਸਟ ਟਿਊਬ ਪ੍ਰੋਗਰਾਮ, ਇਹਨੂੰ ਟੈਸਟ ਟਿਊਬ ਬੇਬੀ ਵੀ ਕਹਿੰਦੇ ਆ, ਟੈਸਟ ਟਿਊਬ ਬੇਬੀ ਪ੍ਰੋਗਰਾਮ ਵੀ ਕਹਿੰਦੇ ਨੇ. ਹੁਣ ਟੈਸਟ ਟਿਊਬ ਬੇਬੀ ਦੇ ਵਿੱਚ ਕੀ ਕੀਤਾ ਜਾਂਦਾ ਆ? ਓਵਮ ਵਾਈਫ ਦਾ ਵੀ ਲਿਆ ਜਾਂਦਾ ਆ. ਜੇ ਵਾਈਫ ਦੇ ਓਵਮ ਪ੍ਰੋਪਰ ਨਹੀਂ ਹੈਗਾ ਤਾਂ ਡੋਨਰ, ਕੋਈ ਜਿਹੜੇ ਡੋਨਰ ਆ ਫੀਮੇਲ, ਉਹਦਾ ਲਿਆ ਜਾਂਦਾ. ਸਪਰਮ ਹਸਬੈਂਡ ਦਾ ਵੀ ਲਿਆ ਜਾਂਦਾ ਆ ਜਾਂ ਫਿਰ ਡੋਨਰ ਦਾ. ਆਰ ਕਲੈਕਟਡ, ਉਹਨਾਂ ਨੂੰ ਕਲੈਕਟ ਕਰ ਲਿਆ ਜਾਂਦਾ ਐਂਡ ਇੰਡਿਊਸ ਟੂ ਫੋਰਮ ਜਾਇਗੋਟ, ਅਤੇ ਉਹ ਤੋਂ ਜਾਇਗੋਟ ਬਣ ਜਾਂਦਾ ਅੰਡਰ ਸਿਮਿਲਰ ਕੰਡੀਸ਼ਨ ਲੈਬੋਰਟਰੀ ਦੇ ਵਿੱਚ. ਹੁਣ ਜਿਹੜਾ ਉਹ ਜਾਇਗੋਟ ਬਣ ਗਿਆ, ਜਿਹਨੂੰ ਅਸੀਂ ਅਰਲੀ ਐਮਬਰੀਓ ਕਹਿਤਾ ਆ, ਜਦੋਂ ਉਹ 8 ਸੈਲਸ ਦਾ ਬਣ ਗਿਆ ਅਪ ਟੂ 8 ਬਲਾਸਟੋਮੀਅਰ, ਉਹਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਫੈਲੋਪੀਅਨ ਟਿਊਬਸ ਦੇ ਵਿੱਚ, ਮਦਰ ਦੀ ਫੈਲੋਪੀਅਨ ਟਿਊਬਸ ਦੇ ਵਿੱਚ. ਠੀਕ ਆ, ਜਦੋਂ ਉਹਨੂੰ ਫੈਲੋਪੀਅਨ ਟਿਊਬ 'ਚ ਰੱਖਦੇ ਆ ਉਹਨੂੰ ਕਹਿੰਦੇ ਆ ਜਿਫਟ. ਜਾਇਗੋਟ ਨੂੰ ਇੰਟਰਾ ਫੈਲੋਪੀਅਨ ਟਰਾਂਸਪੋਰਟ ਮੀਨਸ ਜਾਇਗੋਟ ਨੂੰ ਕਿੱਥੇ ਰੱਖਿਆ? ਫੈਲੋਪੀਅਨ ਟਿਊਬਸ. ਪਰ ਕਈਆਂ ਦੇ ਫੈਲੋਪੀਅਨ ਇਹ ਵੀ ਪੋਸੀਬਲ ਨਹੀਂ ਹੁੰਦਾ,
ਫਿਰ ਉਹਨਾਂ ਦੇ ਐਮਬਰੀਓ ਨੂੰ ਜਿਹੜਾ ਥੋੜ੍ਹਾ ਜਿਹਾ ਹੋਰ ਬਾਹਰ ਵਧਾਉਂਦੇ ਆ, ਐਮਬਰੀਓ ਵਿਦ ਮੋਰ ਦੈਨ 8 ਬਲਾਸਟੋ, ਜਿਨ੍ਹਾਂ ਦੇ ਸੈੱਲ 8 ਸੈੱਲ ਤੋਂ ਵੱਡਾ ਕਰਦੇ ਆ ਐਮਬਰੀਓ ਨੂੰ। ਜਦੋਂ 8 ਸੈੱਲ ਤੋਂ ਵੱਡਾ ਹੋ ਗਿਆ ਤਾਂ ਉਹਨੂੰ ਯੂਟਰਸ 'ਚ ਰੱਖਦੇ ਆ, ਉਹਨੂੰ IUT ਇੰਟਰਾ ਯੂਟਰੀਨ ਟਰਾਂਸਫਰ ਕਹਿੰਦੇ ਆ। ਜਿਹੜਾ ਯੂਟਰਸ 'ਚ ਰੱਖਦੇ ਆ ਉਹਨੂੰ ਇੰਟਰਾ ਯੂਟਰੀਨ ਟਰਾਂਸਫਰ, ਜਿਹੜਾ ਫੈਲੋਪੀਅਨ ਟਿਊਬ 'ਚ ਰੱਖਦੇ ਆ ਉਹਨੂੰ ਜਿਫਟ ਬੋਲਦੇ ਆ। ਇਹ ਧਿਆਨ ਰੱਖਣਾ। ਟੂ ਕੰਪਲੀਟ ਇਟ ਇਜ਼ ਫਰਦਰ ਡਿਵੈਲਪਮੈਂਟ, ਬਾਕੀ ਦੀ ਡਿਵੈਲਪਮੈਂਟ ਮਦਰ ਦੇ ਯੂਟਰਸ 'ਚ ਹੀ ਹੋਣੀ ਹੈ। ਐਮਬਰੀਓਜ਼ ਫਾਰਮਡ ਬਾਏ ਇਨ ਵਿਵੋ ਫਰਟੀਲਾਈਜੇਸ਼ਨ, ਜਿਹੜਾ ਇਸ ਤਰ੍ਹਾਂ ਐਮਬਰੀਓ ਬਣਦਾ ਆ, ਆਲਸੋ ਕੁਡ ਬੀ ਯੂਜ਼ਡ ਫਾਰ ਸਚ ਟਰਾਂਸਫਰ ਟੂ ਅਸਿਸਟ ਦੋਜ਼ ਫੀਮੇਲ ਹੂ ਡੂ ਨਾਟ ਕਨਸੀਵ। ਇਹ ਉਹਨਾਂ ਲਈ ਫਾਇਦੇਮੰਦ ਆ ਜਿਨ੍ਹਾਂ ਦੇ ਬੇਬੀ ਨਹੀਂ ਹੁੰਦੇ। ਇਹ ਤੁਹਾਡੀਆਂ ਟੈਕਨੀਕਸ ਨੰਬਰ 1 ਹੋ ਗਈ ਇਨ ਵਿਟਰੋ ਫਰਟੀਲਾਈਜੇਸ਼ਨ, ਮਤਲਬ ਫਰਟੀਲਾਈਜੇਸ਼ਨ ਬਾਹਰ ਕਰਕੇ ਐਮਬਰੀਓ ਨੂੰ ਬੋਡੀ ਦੇ ਅੰਦਰ ਟਰਾਂਸਫਰ ਕਰਨਾ। ਐਮਬਰੀਓ ਨੂੰ ਫੈਲੋਪੀਅਨ ਟਿਊਬ 'ਚ ਵੀ ਟਰਾਂਸਫਰ ਕੀਤਾ ਜਾ ਸਕਦਾ ਤੇ ਯੂਟਰਸ ਦੇ ਵਿੱਚ ਵੀ। ਇੱਕ ਨੈਕਸਟ ਟੈਕਨੀਕ ਹੋਰ ਦੱਸੀ ਆ, ਟਰਾਂਸਫਰ ਆਫ ਐਨ ਓਵਮ ਕਲੈਕਟਡ ਫਰੋਮ ਅ ਡੋਨਰ ਇਨਟੂ ਦਾ ਫੈਲੋਪੀਅਨ ਟਿਊਬ ਆਫ ਅਨਦਰ ਫੀਮੇਲ ਹੂ ਕੈਨ ਨਾਟ ਪ੍ਰੋਡਿਊਸ ਮਨੀ। ਹੁਣ ਇੱਕ ਹੋਰ ਟੈਕਨੀਕ ਵੀ ਆ ਕਿ ਫੀਮੇਲ ਦੇ ਅੰਦਰ ਪ੍ਰੋਪਰ ਓਵਮ ਬਣ ਨਹੀਂ ਰਹੇ, ਤਾਂ ਕਿਸੇ ਡੋਨਰ ਫੀਮੇਲ ਦਾ ਐਗ ਲੈ ਕੇ ਉਹਨੂੰ ਕਿੱਥੇ ਰੱਖਿਆ ਜਾਂਦਾ ਆ, ਫੀਮੇਲ ਦੇ ਉਹ ਟਿਊਬ 'ਚ ਹੀ ਰੱਖ ਦਿੱਤਾ ਜਾਂਦਾ। ਕਿਸੇ ਹੋਰ ਡੋਨਰ ਦਾ ਐਗ ਲੈ ਕੇ, ਜਿਸ ਔਰਤ ਦੇ ਅੰਦਰ ਐਗ ਪ੍ਰੋਪਰ ਨਹੀਂ ਬਣ ਰਹੇ, ਉਹਦੀ ਫੈਲੋਪੀਅਨ ਟਿਊਬ ਦੇ ਵਿੱਚ ਰੱਖਿਆ ਜਾਂਦਾ ਐਗ। ਹੁਣ ਐਮਬਰੀਓ ਨਹੀਂ, ਇਕੱਲਾ ਐਗ ਰੱਖਿਆ ਜਾਂਦਾ, ਇਹਨੂੰ ਅਸੀਂ ਜ਼ਿਫਟ ਬੋਲਦੇ ਹਾਂ। ਗੈਮੀਟ ਰੱਖਣਾ, ਉਹ ਜ਼ਾਈਗੋਟ ਸੀ, ਇਹ ਗੈਮੀਟ ਆ, ਗੈਮੀਟ ਇੰਟਰਾ ਫੈਲੋਪੀਅਨ ਟਰਾਂਸਫਰ। but can provide stable environment for fertilization and further development as another method। ਹੁਣ ਉਹਦੇ ਲਈ ਸਟੇਬਲ ਟੈਂਪਰੇਚਰ ਵੀ ਰੱਖਦੇ ਆ ਫਰਟੀਲਾਈਜੇਸ਼ਨ ਦੇ ਲਈ, ਤੇ ਉਹਦੀ ਬਾਕੀ ਦੀ ਡਿਵੈਲਪਮੈਂਟ ਦਾ ਵੀ ਪੂਰਾ ਧਿਆਨ ਰੱਖਦੇ ਆ। Intracytoplasmic sperm injection is an other specialized procedure to form an embryo in the laboratory in which a sperm is directly injected into the ova। ਇਹ ਹੁਣ third type ਆ ਗਈ। first this one, second ਤੁਹਾਡੀ ਆਹ ਵਾਲੀ ਹੋ ਗਈ ਕਿ ਅੰਦਰ ਹੀ ਓਵਾ ਕਿਸੇ ਦਾ ਲੈਣਾ, third ਹੋ ਗਈ ਤੁਹਾਡੀ this one। ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ, ਮਤਲਬ ਸਪਰਮ ਦਾ ਇੰਜੈਕਸ਼ਨ ਓਵਮ ਦੇ ਸਾਈਟੋਪਲਾਜ਼ਮ 'ਚ ਲਾ ਦੇਣਾ। ਓਵਮ ਨੂੰ ਬੋਡੀ ਤੋਂ, ਮਦਰ ਦੇ ਔਰ ਫੀਮੇਲ ਦਾ ਓਵਮ ਬਾਹਰ ਆ ਬੋਡੀ ਤੋਂ, ਤਾਂ ਉਹਦਾ ਡੋਨਰ ਤੋਂ ਵੀ ਲਿਆ ਜਾ ਸਕਦਾ ਸਪਰਮ, ਹਸਬੈਂਡ ਦਾ ਵੀ ਸਪਰਮ, ਉਹ ਬਾਹਰ ਹੀ ਐਗ ਦੇ ਸਾਈਟੋਪਲਾਜ਼ਮ 'ਚ ਇੰਜੈਕਟ ਕਰਨਾ। ਅੰਦਰ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ, ਜਿਹਦੇ ਵਿੱਚ ਐਮਬਰੀਓ ਬਣਾਇਆ ਜਾਂਦਾ ਹੈ ਲੈਬੋਰਟਰੀ ਦੇ ਵਿੱਚ, ਜਿਹਦੇ ਵਿੱਚ ਸਪਰਮ ਨੂੰ ਡਾਇਰੈਕਟਲੀ ਹੀ ਓਵਮ 'ਚ ਇੰਜੈਕਟ ਕਰ ਦਿੰਦੇ ਨੇ। ਇਨਫਰਟਿਲਿਟੀ ਕੇਸਿਸ, ਫਿਰ ਉਸ ਤੋਂ ਬਾਅਦ ਜਿਹੜਾ ਐਮਬਰੀਓ ਬਣੂ ਉਹਨੂੰ ਫਿਰ ਯੂਟਰਸ 'ਚ ਰੱਖ ਦਿੰਦੇ ਨੇ। ਇਨਫਰਟਿਲਿਟੀ ਕੇਸਿਸ ਆਈਦਰ ਡਿਊ ਟੂ ਇਨੇਬਿਲਿਟੀ ਆਫ ਦਾ ਫੀਮੇਲ ਪਾਰਟਨਰ ਟੂ ਇਨਸੈਮੀਨੇਟ the female or due to very low sperm count can be corrected by artificial insemination। ਕਹਿੰਦਾ ਇਨਫਰਟਿਲਿਟੀ ਕੇਸਾਂ ਦੇ ਵਿੱਚ ਜਿੱਥੇ ਮੇਲ ਪਾਰਟਨਰ ਦੇ ਪ੍ਰੋਪਰ ਸਪਰਮ ਨਹੀਂ ਹੁੰਦੇ, ਉਹਨਾਂ ਦੇ ਵਿੱਚ ਆਰਟੀਫਿਸ਼ੀਅਲ ਸਪਰਮ ਇਨਸੈਮੀਨੇਸ਼ਨ ਕੀਤੀ ਜਾਂਦੀ ਆ। AI ਟੈਕਨੀਕ ਕਹਿੰਦੇ ਆ artificial insemination। in this technique semen collected either from the husband or healthy donor that is artificially introduced either into the vagina or into the uterus of the female। a fourth method है artificial insemination। artificial husband ਦਾ ਸੀਮਨ ਲੈਂਦੇ ਆ, ਚਾਹੇ ਹਸਬੈਂਡ ਦਾ, ਜੇ ਹਸਬੈਂਡ ਨਹੀਂ ਤਾਂ ਮਤਲਬ ਕਿ ਪ੍ਰੋਪਰਲੀ ਉਹਦੇ ਸਪਰਮਸ ਨਹੀਂ ਬਣਦੇ ਤਾਂ ਹੈਲਦੀ ਡੋਨਰ ਦਾ ਲੈ ਕੇ ਉਹਨੂੰ ਸਿੱਧਾ ਹੀ ਇੰਜੈਕਟ ਕਰਦੇ ਆ ਫੀਮੇਲ ਦੀ ਬੋਡੀ ਦੇ ਵਿੱਚ, ਸਿੱਧਾ ਹੀ ਵਿਜਾਈਨਾ 'ਚ ਵੀ ਕਰ ਸਕਦੇ ਆ, ਯੂਟਰਸ ਦੇ ਵਿੱਚ ਵੀ। ਇਹਨੂੰ ਕਹਿੰਦੇ ਆ ਇੰਟਰਾ ਯੂਟਰੀਨ ਇਨਸੈਮੀਨੇਸ਼ਨ। ਇਹ 4 ਸਾਡੇ ਕੋਲੇ 8 ਨੇ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ, ਜਿਨ੍ਹਾਂ ਦੇ ਦੁਆਰਾ ਪੁੱਤਰ ਜੀ, ਜਿਨ੍ਹਾਂ ਦੇ ਕਪਲਸ ਦੇ ਕੈਨ ਨਾਟ ਪ੍ਰੋਡਿਊਸ ਔਰ ਗਿਵ ਬਰਥ ਟੂ ਦਾ ਬੇਬੀਜ਼, ਦੇ ਕੈਨ ਗਿਵ ਦਾ ਬਰਥ ਟੂ ਦਾ ਬੇਬੀਜ਼, ਉਹਨਾਂ ਨੂੰ ਬਰਥ ਦੇ ਸਕਦੇ ਆ। ਤੁਸੀਂ ਦੇਖਿਆ ਹੋਊਗਾ ਕਿ ਬੜਾ TV 'ਤੇ ਐਡ ਆਉਂਦੀ ਆ ਕਿ ਆਹ ਇਨਫਰਟਿਲਿਟੀ ਸੈਂਟਰ ਆ, ਲੁਧਿਆਣੇ ਦੇ ਬਹੁਤ ਸੈਂਟਰਾਂ ਦੀ ਐਡ ਆਉਂਦੀ ਆ, ਤੁਸੀਂ ਸਾਰੇ TV ਵੱਧ ਦੇਖਦੇ ਹੋ ਮੇਰੇ ਨਾਲੋਂ,
ਦੇਖਿਆ ਹੋਊਗਾ ਬਹੁਤ ਸੈਂਟਰਸ ਦੀ ਆਉਂਦੀਆਂ, ਕਈ ਤਾਂ ਇੱਕ ਇੱਕ ਘੰਟਾ ਆਪਣਾ ਪ੍ਰੋਗਰਾਮ ਦਿਖਾਉਂਦੇ ਨੇ ਕਿ ਅਸੀਂ ਇਸ ਤਰ੍ਹਾਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਮਸ਼ੀਨਸ ਨੇ, ਅਸੀਂ ਇਸੇ ਤਰ੍ਹਾਂ ਕਰਦੇ ਹਾਂ ਇਸ ਤਰ੍ਹਾਂ। ਪਰ ਇਹ ਸਾਰਾ ਕੁਝ ਸੀਕ੍ਰੇਟ ਰੱਖਿਆ ਜਾਂਦਾ, ਸਿਰਫ ਪੇਰੈਂਟਸ ਨੂੰ ਹੀ ਪਤਾ ਹੁੰਦਾ। ਕਿਉਂ? ਕਿਉਂਕਿ ਸਾਡਾ ਸਮਾਜ ਇਹਨੂੰ ਅੱਛਾ ਨਹੀਂ ਸਮਝਦਾ। ਪਰ ਇਹ ਗੱਲ ਕੁਛ ਨਹੀਂ, ਜਿੱਥੇ ਵਾਈਫ ਅਤੇ ਹਸਬੈਂਡ ਦੋਨਾਂ ਦੇ ਲਏ ਜਾਣ, ਬਾਹਰ ਮੈਚਿੰਗ ਕਰਾ ਕੇ ਪਾਤੇ, ਕੋਈ ਗੱਲ ਨਹੀਂ। ਪਰ ਸਾਡਾ ਸਮਾਜ ਇਹ ਚੀਜ਼ ਨੂੰ ਨਹੀਂ, ਇਸ ਚੀਜ਼ ਨੂੰ ਅਸੈਪਟ ਕਰ ਰਿਹਾ, ਤਾਂ ਕਰਕੇ ਇਹਨੂੰ ਸਾਰੇ ਨੂੰ ਕੀ ਕੀਤਾ ਜਾਂਦਾ ਆ, ਸਾਰਾ ਹੀ ਸਿਕਿਉਰ ਕੀਤਾ ਰੱਖਿਆ ਜਾਂਦਾ ਆ। ਦੋ ਆਪਸ਼ਨਸ ਆਰ ਮੈਨੀ, ਆਪਸ਼ਨ ਸਾਡੇ ਕੋਲ ਬਹੁਤ ਨੇ, ਬਟ ਆਲ ਦੀਜ਼ ਟੈਕਨੀਕਸ ਰਿਕੁਆਇਰ ਐਕਸਟ੍ਰੀਮਲੀ ਹਾਈ ਪ੍ਰੋਸੈਸ਼ਨ ਹੈਂਡਲਿੰਗ। ਮਤਲਬ ਕਿ ਇਹਦੇ ਲਈ ਸਾਨੂੰ ਹਾਈ ਸਪੈਸ਼ਲਿਸਟ ਪ੍ਰੋਫੈਸ਼ਨਲ ਹੀ ਚਾਹੀਦੇ ਨੇ, ਅਤੇ ਇਹ ਐਕਸਪੈਂਸਿਵ ਇੰਸਟਰੂਮੈਂਟ ਆ, ਅਤੇ ਇਹ ਬਹੁਤ ਮਹਿੰਗੀ ਟੈਕਨੀਕ ਆ। ਦੀਜ਼ ਫੈਸਿਲਿਟੀਜ਼ ਆਰ ਪ੍ਰੈਜੈਂਟਲੀ ਅਵੇਲੇਬਲ ਓਨਲੀ ਇਨ ਵੈਰੀ ਫਿਊ ਸੈਂਟਰ, ਬਹੁਤ ਥੋੜ੍ਹੇ ਸੈਂਟਰ ਨੇ ਕੰਟਰੀ ਦੇ ਵਿੱਚ। ਓਬਵੀਅਸਲੀ ਦੇਅਰ ਬੈਨੀਫਿਟਸ ਐਜ਼ ਅਫੋਰਡੇਬਲ ਓਨਲੀ ਟੂ ਅ ਲਿਮਟਡ ਨੰਬਰ, ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸਾ ਉਹੀ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਨੇ। ਓਬਵੀਅਸਲੀ ਦੇਅਰ ਬੈਨੀਫਿਟਸ ਇਜ਼ ਅਫੋਰਡੇਬਲ ਲਿਮਿਟਡ ਲੋਕਾਂ ਨੂੰ ਨੇ, ਇਮੋਸ਼ਨਲ, ਰਿਲੀਜੀਅਸ ਅਤੇ ਸੋਸ਼ਲ ਫੈਕਟਰ ਕਰਕੇ ਵੀ ਕਈ ਲੋਕ ਇਸ ਤੋਂ ਬਚ ਜਾਂਦੇ ਨੇ। ਠੀਕ ਹੈ, ਉਹ ਕੀ ਕਰਦੇ ਨੇ, ਡਿਟਰੈਂਟਸ ਇਨ ਦਾ ਅਡੋਪਸ਼ਨ ਆਫ, ਉਹ ਇਹ ਮੈਥਡ ਨੂੰ ਅਡੋਪਟ ਨਹੀਂ ਕਰਦੇ। ਸਿੰਸ ਦਾ ਅਲਟੀਮੇਟ ਆਫ ਆਲ ਦੀਜ਼ ਪ੍ਰੋਸੀਜਰ ਟੂ ਹੈਵ ਚਿਲਡਰਨ ਇਨ ਇੰਡੀਆ, ਕਹਿੰਦਾ ਮੇਨ ਤਾਂ ਏਮ ਆ ਕਿ ਬੱਚੇ ਹੋਣ, ਉਹਦੇ ਲਈ ਹੈ ਇਹ। ਇਨ ਇੰਡੀਆ ਵੀ ਹੈਵ ਮੈਨੀ ਔਰਫੈਂਡ ਐਂਡ ਡੈਸਟੀਟਿਊਟ ਚਿਲਡਰਨ, ਸਾਡੇ ਕੋਲ ਕਈ ਯਤੀਮ ਘਰ ਵੀ ਨੇ ਜਿੱਥੇ ਬੱਚੇ ਹੁੰਦੇ ਨੇ। ਹੂ ਵੁੱਡ ਪ੍ਰੋਬਲੀ ਨਾਟ ਸਰਵਾਈਵ ਟਿਲ ਮੈਚਿਓਰਟੀ ਅਨਲੈਸ ਟੇਕਨ ਕੇਅਰ ਆਫ, ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਮਦਰਸ ਫਾਦਰਸ ਦੀ ਲੋੜ ਹੁੰਦੀ ਆ, ਤਾਂ ਅਵਰ ਸਾਡੀ ਗੌਰਮੈਂਟ ਇਹ ਪਰਮਿਸ਼ਨ ਦਿੰਦੀ ਆ ਕਿ ਅਸੀਂ ਇੱਥੋਂ ਕੋਈ ਬੱਚਾ ਅਡੋਪਟ ਕਰ ਸਕਦੇ ਹਾਂ। ਅੱਜ ਕੱਲ੍ਹ ਦੇ ਵਿੱਚ ਜਿਹੜੀ ਜਨਰੇਸ਼ਨ ਆ ਉਹ ਇਹੀ ਕਰ ਰਹੀ ਆ ਕਿ ਇੱਕ ਬੱਚਾ ਔਰਫਨ ਤੋਂ ਅਡੋਪਟ ਕਰ ਲਿਆ, ਉਹਨੂੰ ਹੋਸਟਲ ਪਾਤਾ, ਉਹਦੇ ਖਰਚਾ ਉੱਥੋਂ ਹੀ ਭੇਜੀ ਜਾਣਾ ਆ, ਤਾਂ ਕਿ ਉਹਦੇ ਨਾਲ ਉਹ ਬੱਚੇ ਦਾ ਫਿਊਚਰ ਵੀ ਸਿਕਿਉਰ ਹੋ ਗਿਆ, ਉਹਨਾਂ ਨੇ ਇੱਕ ਚੰਗਾ ਕੰਮ ਵੀ ਕਰਤਾ ਹੈ। ਇਹ ਵੀ ਚੱਲ ਰਿਹਾ ਹੈ ਅੱਜ ਕੱਲ੍ਹ। ਸੋ ਦਿਸ ਇਜ਼ ਤੁਹਾਡਾ ਚੈਪਟਰ ਰੀਪਰੋਡਕਟਿਵ ਹੈਲਥ ਇੱਥੇ ਤੱਕ ਖ਼ਤਮ ਹੋ ਗਿਆ ਆ। ਥੈਂਕਸ।